ਸਾਹਿਤ ਦੇ ਰੂਪ ਕਿੱਸਾ। ਕਿੱਸਾ ਅਰਬੀ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ਕਥਾ, ਕਹਾਣੀ, ਆਖਿਆਨ। ਅਰਬੀ ਭਾਸ਼ਾ ਵਿੱਚ ਗੱਦ ਵਿੱਚ ਲਿਖੀਆਂ ਕਹਾਣੀਆਂ ਜਾਂ ਬਿਰਤਾਂਤਕ ਰਚਨਾਵਾਂ ਲਈ ਪ੍ਰਾਚੀਨ ਕਾਲ ਤੋਂ ਇਸ ਸ਼ਬਦ ਦੀ ਵਰਤੋਂ ਹੁੰਦੀ ਆ ਰਹੀ ਹੈ, ਪਰ ਪੰਜਾਬੀ ਵਿੱਚ ਕਿੱਸੇ ਕਵਿਤਾ ਵਿੱਚ ਲਿਖੇ ਗਏ ਹਨ ਅਤੇ ਇਹਨਾਂ ਦੀ ਰਚਨਾ ਫਾਰਸੀ ਮਸਨਵੀ ਕਾਵਿ ਰੂਪ ਤੋਂ ਪ੍ਰਭਾਵਿਤ ਹੋਈ ਹੈ। ਪ੍ਰਿੰਸੀਪਲ ਗੁਰਦਿੱਤ ਸਿੰਘ ਪ੍ਰੇਮੀ ਅਨੁਸਾਰ ਮਸਨਵੀ ਇੱਕ ਬਾਹਰਮੁਖੀ ਕਾਵਿ ਰੂਪ ਹੈ। ਆਰੰਭ ਵਿੱਚ ਇਸ ਵਿੱਚ ਕਥਾ, ਕਾਵਿ, ਤਾਰੀਖੀ ਘਟਨਾਵਾਂ ਤੇ ਕਿੱਸੇ ਕਹਾਣੀਆਂ ਬਹੁਤ ਲਿਖੇ ਗਏ ਹਨ, ਪਰ ਫਾਰਸੀ ਸ਼ਾਇਰਾਂ ਨੇ ਇਸ ਨੂੰ ਬਿਆਨੀਆ ਕਾਵਿ ਜਾਂ ਕਿੱਸਾਕਾਰੀ ਤੱਕ ਹੀ ਸੀਮਿਤ ਨਹੀਂ ਰਹਿਣ ਦਿੱਤਾ, ਸਗੋਂ ਇਸ ਵਿੱਚ ਕੁਦਰਤੀ ਵਰਣਨ, ਮਨੁੱਖੀ ਜਜ਼ਬਿਆਂ ਦੀ ਤਰਜਮਾਨੀ, ਤਸਵੂਫ ਯਾਨੀ ਸੂਫੀ ਰਹੱਸਵਾਦ ਦੇ ਫਲਸਫੇ ਦੇ ਮਜ਼ਮੂਨ ਨੂੰ ਵੀ ਅੰਕਿਤ ਕਰ ਦਿੱਤੇ ਹਨ। ਪੰਜਾਬੀ ਸਾਹਿਤ ਵਿੱਚ ਕਿੱਸਾ ਕਾਵਿ ਦੀ ਬੜੀ ਲੰਬੀ ਪਰੰਪਰਾ ਹੈ, ਜੋ ਪਿਛਲੇ 500 ਵਰ੍ਹਿਆਂ ਤੋਂ ਲਗਾਤਾਰ ਚੱਲੀ ਆ ਰਹੀ ਹੈ। ਕਾਲਵੰਡ ਦੀਆਂ ਹੱਦਾਂ-ਬੰਦੀਆਂ ਇਸੇ ਨੂੰ ਕਿਸੇ ਖਾਸ ਸੀਮਾ ਵਿੱਚ ਨਹੀਂ ਬਣ ਸਕੀਆਂ। ਅੱਜ ਤੱਕ ਲਿਖੇ ਜਾ ਚੁੱਕੇ ਕਿਸੇ ਸਮੁੱਚੀ ਪੰਜਾਬੀ ਕਾਵਿ ਸਮੱਗਰੀ ਤੋਂ ਕਿਤੇ ਜ਼ਿਆਦਾ ਹੈ। ਇਹਨਾਂ ਵਿੱਚ ਮੁੱਖ ਤੌਰ ਤੇ ਰੋਮਾਂਸ ਅਤੇ ਪ੍ਰੀਤ ਦਾ ਬੜਾ ਸੁੰਦਰ ਸੁਮੇਲ ਹੈ। ਪੰਜਾਬੀ ਸਾਹਿਤ ਵਿੱਚ ਗਲਪ ਅਤੇ ਦੁਖਾਂਤ ਸਾਹਿਤ ਦੀਆਂ ਪਰੰਪਰਾਵਾਂ ਦਾ ਆਰੰਭ ਕਿੱਸਾ ਕਾਵਿ ਤੋਂ ਹੀ ਹੋਇਆ ਪ੍ਰਤੀਤ ਹੁੰਦਾ ਹੈ। ਇਹਨਾਂ ਵਿੱਚ ਪੰਜਾਬੀਆਂ ਦਾ ਉੱਭਰਦਾ ਉਤਸ਼ਾਹ ਅਤੇ ਅਸੀਮ ਅਭਿਮਾਨ ਸੰਜੋਇਆ ਹੈ। ਇਹਨਾਂ ਦੀ ਰਚਨਾ ਲੋਕਾਂ ਦੇ ਮਨ ਪਰਚਾਵੇ ਲਈ ਹੁੰਦੀ ਹੈ। ਇਹਨਾਂ ਵਿੱਚ ਪ੍ਰਚਲਿਤ ਰੀਤਾਂ, ਰਿਵਾਜਾਂ, ਵਿਸ਼ਵਾਸਾਂ, ਭਾਵ ਧਾਰਾਵਾਂ ਦਾ ਪੂਰੀ ਸੱਚਾਈ ਨਾਲ ਵਰਣਨ ਹੁੰਦਾ ਹੈ। ਇਹਨਾਂ ਦੀਆਂ ਕਥਾਵਾਂ ਅਤੇ ਭਾਵਨਾਵਾਂ ਦਾ ਲੋਕਾਂ ਦੇ ਮਨ ਉੱਤੇ ਬਹੁਤ ਡੂੰਘਾ ਪ੍ਰਭਾਵ ਰਹਿੰਦਾ ਹੈ। ਆਪਣੀ ਸਰਲ ਸੁਬੋਧ ਅਤੇ ਹਰਮਨ ਪਿਆਰੀ ਕਥਾਨਕ ਸ਼ੈਲੀ ਕਾਰਨ ਕਿੱਸੇ ਅੱਜ ਤੱਕ ਜਨ ਸਾਹਿਤ ਵਜੋਂ ਸਨਮਾਨਿਤ ਰਹੇ ਹਨ। ਪਰਿਭਾਸ਼ਾ। ਪੰਜਾਬੀ ਵਿੱਚ ਕਿੱਸਾ ਉਸ ਛੰਦ-ਬੰਦ ਬਿਰਤਾਂਤਿਕ ਰਚਨਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਕਥਾਨਕ ਦਾ ਸੰਬੰਧ ਪ੍ਰੇਮ, ਰੋਮਾਂਸ, ਬੀਰਤਾ, ਭਗਤੀ, ਦੇਸ਼ ਪ੍ਰੇਮ, ਧਰਮ ਜਾਂ ਸਮਾਜ ਸੁਧਾਰ ਨਾਲ ਹੋਵੇ। ਪਰ ਹੁਣ ਇਹ ਨਾ ਕੇਵਲ ਪ੍ਰੇਮ ਦੇ ਵਿਸ਼ੇ ਨਾਲ ਸੰਬੰਧਿਤ ਬਿਰਤਾਂਤਿਕ ਰਚਨਾ ਲਈ ਰੂੜ ਹੋ ਚੁੱਕਿਆ ਹੈ, ਰੋਮਾਂਸ ਨੂੰ ਕਿੱਸਾ ਕਾਵਿ ਵਿੱਚ ਵੱਧ ਤੋਂ ਵੱਧ ਸਥਾਨ ਮਿਲਿਆ ਹੈ, ਪਰ ਅਸਲ ਵਿੱਚ ਪ੍ਰੇਮ ਅਤੇ ਰੋਮਾਂਸ ਇੱਕ ਦੂਜੇ ਦੇ ਪੂਰਕ ਵਜੋਂ ਹੀ ਆਏ ਹਨ। ਵਾਰਾਂ ਅਤੇ ਜੰਗਨਾਮਿਆਂ ਨੂੰ ਵੀ ਕਈ ਵਾਰ ਕਿੱਸਾ ਦਾ ਨਾਂ ਦੇ ਦਿੱਤਾ ਜਾਂਦਾ ਹੈ, ਪਰ ਇਹ ਦੋਵੇਂ ਵੱਖਰੇ ਵੱਖਰੇ ਕਾਵਿ ਰੂਪ ਹਨ ਅਤੇ ਵੀਰ ਰਸ ਦੇ ਅਧੀਨ ਰੱਖੇ ਜਾਂਦੇ ਹਨ। ਤੱਤ। ਕਿੱਸੇ ਵਿੱਚ ਮੁੱਖ ਤੌਰ ਤੇ ਹੇਠ ਲਿਖੇ 7 ਤੱਤ ਹੁੰਦੇ ਹਨ: ਕਥਾਨਕ, ਚਰਿੱਤਰ ਚਿਤਰਣ, ਵਸਤੂ ਵਰਣਨ, ਸੰਵਾਦ, ਰਸ, ਛੰਦ, ਭਾਸ਼ਾ ਸ਼ੈਲੀ। ਪਹਿਲਾ ਪੁਆਇੰਟ ਹੈ ਕਥਾਨਕ। ਕਿੱਸੇ ਵਿੱਚ ਕੋਈ ਵੀ ਲੋਕ ਪ੍ਰਚਲਿਤ, ਕਾਲਪਨਿਕ ਜਾਂ ਯਥਾਰਥ ਘਟਨਾ ਜਾਂ ਕਥਾ ਲਈ ਜਾ ਸਕਦੀ ਹੈ। ਆਮ ਤੌਰ ਤੇ ਕਥਾਨਕ ਦਾ ਆਰੰਭ ਮੰਗਲਾਚਰਨ ਜਾਂ ਹਮਦ ਤੋਂ ਹੁੰਦਾ ਹੈ, ਜਿਸ ਵਿੱਚ ਕਵੀ ਨੇ ਆਪਣੇ ਇਸ਼ਟ, ਗੁਰੂ, ਪੀਰ ਆਦਿ ਪ੍ਰਤੀ ਵੰਦਨਾ ਕਰਦਾ ਹੈ। ਮੰਗਲਾਚਰਨ ਤੋਂ ਬਾਅਦ ਆਮ ਤੌਰ ਤੇ ਕਥਾਨਕ ਦਾ ਵਿਸਤਾਰ ਨਾਇਕ ਨਾਇਕਾ ਦੇ ਜਨਮ ਤੋਂ ਮਰਨ ਤੱਕ ਦਾ ਹੁੰਦਾ ਹੈ। ਇਸ ਵਿੱਚ ਅਧਿਕਤਰ ਪ੍ਰੇਮ ਸੰਬੰਧ ਵਾਲੇ ਪੱਖ ਨੂੰ ਹੀ ਉਘਾੜਿਆ ਜਾਂਦਾ ਹੈ। ਸ਼ੁਰੂ ਵਿੱਚ ਹੀ ਨਾਇਕ ਨਾਇਕਾ ਆਪਣੀ ਮਨਮੋਹਣੀ ਸੁੰਦਰਤਾ ਦੇ ਪ੍ਰਭਾਵ ਕਾਰਨ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ। ਵਾਰਿਸ ਸ਼ਾਹ ਨੇ ਹੀਰ ਰਾਂਝੇ ਦੀ ਪਹਿਲੀ ਮੁਲਾਕਾਤ ਨੂੰ ਇਸ ਤਰ੍ਹਾਂ ਚਿਤਰਿਆ ਹੈ: ਰਾਂਝੇ ਉੱਠ ਕੇ ਆਖਿਆ, ਵਾਹ ਸੱਜਣ। ਹੀਰ ਹੱਸ ਕੇ ਤੇ ਮਿਹਰਬਾਨ ਹੋਈ, ਕੱਛ ਵੰਝਲੀ ਕੰਨਾਂ ਦੇ ਵਿੱਚ ਵਾਲੇ, ਜ਼ੁਲਫ ਮੁਖੜੇ ਤੇ ਪਰੇਸ਼ਾਨ ਹੋਈ। ਰੂਪ ਜੱਟ ਦਾ ਵੇਖ ਚਾਟ ਲੱਗੀ, ਹੀਰ ਕੋਲ ਕੱਤੀ ਕੁਰਬਾਨ ਹੋਈ। ਉਹ ਪ੍ਰੇਮ ਦੀ ਭਾਵਨਾ ਦੇ ਆਵੇਸ਼ ਵਿੱਚ ਸਮਾਜ ਅਤੇ ਸਦਾਚਾਰ ਦੇ ਬੰਧਨਾਂ ਦੀ ਉਲੰਘਣਾ ਕਰਦੇ ਹਨ। ਸਮਾਜ ਉਹਨਾਂ ਨੂੰ ਬਗਾਵਤ ਲਈ ਪ੍ਰਵਾਨਗੀ ਨਹੀਂ ਦਿੰਦਾ। ਉਹਨਾਂ ਨੂੰ ਰੋਕਣ ਲਈ ਕਈ ਪ੍ਰਕਾਰ ਦੀਆਂ ਰੁਕਾਵਟਾਂ ਖੜੀਆਂ ਕੀਤੀਆਂ ਜਾਂਦੀਆਂ ਹਨ,
ਜਿਵੇਂ ਕਿਤੇ ਨਾਇਕਾ ਦਾ ਵਿਆਹ ਪ੍ਰੇਮੀ ਤੋਂ ਭਿੰਨ ਕਿਸੇ ਹੋਰ ਵਿਅਕਤੀ ਨਾਲ ਕਰ ਦਿੱਤਾ ਜਾਂਦਾ ਹੈ, ਜਿਵੇਂ ਹੀਰ ਦਾ ਸੈਦੇ ਨਾਲ। ਕਿਤੇ ਵਿਆਹ ਤੋਂ ਪਹਿਲਾਂ ਨਾਇਕ ਨਾਇਕਾ ਨੂੰ ਭੱਜਦਿਆਂ ਪਕੜਵਾ ਲਿਆ ਜਾਂਦਾ ਹੈ, ਜਿਵੇਂ ਮਿਰਜ਼ਾ ਸਾਹਿਬਾ। ਅਤੇ ਕਿਤੇ ਕਪੱਟ ਪ੍ਰਬੰਧ ਰਾਹੀਂ ਨਾਇਕ ਨਾਇਕਾ ਨੂੰ ਇੱਕ ਦੂਜੇ ਨਾਲੋਂ ਅਲੱਗ ਕਰ ਦਿੱਤਾ ਜਾਂਦਾ ਹੈ, ਜਿਵੇਂ ਸੱਸੀ ਪੁੰਨੂ। ਸਭ ਥਾਂ ਪ੍ਰੇਮ ਨੂੰ ਪੁੱਗਣ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਜਾਂਦਾ ਹੈ। ਕਹਾਣੀ ਦਾ ਸੁਆਦ ਆਖਿਰ ਤੱਕ ਕਾਇਮ ਰਹਿੰਦਾ ਹੈ। ਕਿੱਸਿਆਂ ਵਿੱਚ ਨਾਇਕ ਨਾਇਕਾਵਾਂ ਦੇ ਸਮਾਜਿਕ ਜਾਂ ਕੁਦਰਤੀ ਸ਼ਕਤੀਆਂ ਨਾਲ ਚਿਰਕਾਲ ਤੱਕ ਘੋਲ ਕਰਨ ਵਿੱਚ ਅਸਮਰਥ ਹੋਣ ਕਰਕੇ ਸਾਰਾ ਦੇਸ਼ ਹੋਣੀ ਦੇ ਮੱਥੇ ਮੜ ਦਿੱਤਾ ਜਾਂਦਾ ਹੈ। ਲਗਭਗ ਸਾਰਿਆਂ ਕਿੱਸਿਆਂ ਵਿੱਚ ਨਾਇਕ ਨਾਇਕਾ ਦੀ ਬੇਬਸੀ ਵੇਖੀ ਜਾ ਸਕਦੀ ਹੈ, ਜਿਵੇਂ ਹੋਣੀ ਮਿਰਜ਼ੇ ਤੇ ਕੁੱਦ ਪਈ ਰਲੀ ਸਿਆਲਾਂ ਨਾਲ, ਛੁੱਟੀ ਕਾਣੀ ਗਜ਼ਬ ਦੀ ਲੈ ਗਈ ਮਿਰਜ਼ੇ ਨੂੰ ਨਾਲ, ਜਾਂ ਫਜ਼ਲ ਸ਼ਾਹ ਮੀਆਂ ਦੋਵੇਂ ਲੇਖ ਆਹੇ ਮੋੜ ਕੌਣ ਖੁਦਾ ਦੇ ਭਾਣਿਆਂ ਨੂੰ। ਕਿੱਸਾ ਕਾਵਿ ਦਾ ਦੂਜਾ ਪੁਆਇੰਟ ਹੈ ਚਰਿੱਤਰ ਚਿਤਰਣ। ਕਿੱਸਿਆਂ ਵਿੱਚ ਆਮ ਤੌਰ 'ਤੇ ਮਨੁੱਖ ਪਾਤਰ ਹੁੰਦੇ ਹਨ, ਪਰ ਇਹਨਾਂ ਦਾ ਸੰਬੰਧ ਗੈਰ ਮਨੁੱਖੀ ਜਾਂ ਅਸ਼ਰੀਰੀ ਸ਼ਕਤੀਆਂ ਨਾਲ ਵੀ ਹੁੰਦਾ ਹੈ। ਕਿੱਸਿਆਂ ਦੇ ਪਾਤਰ ਘਟਨਾਵਾਂ ਦੇ ਅਧੀਨ ਹੁੰਦੇ ਹਨ ਅਤੇ ਕਥਾਨਕ ਦਾ ਵਿਕਾਸ ਹੋਣੀ ਨਿਸ਼ਚਿਤ ਕਰਦੀ ਹੈ। ਪਾਤਰਾਂ ਵਿੱਚ ਘਟਨਾਵਾਂ ਨੂੰ ਆਪਣੇ ਅਨੁਸਾਰ ਚਲਾਉਣ ਜਾਂ ਹੋਣੀ ਨੂੰ ਬਦਲਣ ਦੀ ਸਮਰੱਥਾ ਨਹੀਂ ਹੁੰਦੀ। ਕਿੱਸਿਆਂ ਵਿੱਚ ਉੱਚੀ ਅਤੇ ਨੀਵੀਂ ਦੋਹਾਂ ਤਰ੍ਹਾਂ ਦੀਆਂ ਸ਼੍ਰੇਣੀਆਂ ਤੋਂ ਪਾਤਰ ਲਏ ਜਾਂਦੇ ਹਨ, ਪਰ ਇਤਨਾ ਜ਼ਰੂਰ ਹੈ ਕਿ ਨਾਇਕ ਜਾਂ ਨਾਇਕਾ ਵਿੱਚੋਂ ਕਿਸੇ ਇੱਕ ਦਾ ਸੰਬੰਧ ਜਾਗੀਰਦਾਰੀ ਸਮਾਜ ਜਾਂ ਸਾਮੰਤ ਵਰਗ ਨਾਲ ਹੁੰਦਾ ਹੈ। ਦੂਜੇ ਦਾ ਸੰਬੰਧ ਜੇ ਜਾਗੀਰਦਾਰੀ ਸਮਾਜ ਨਾਲ ਨਹੀਂ ਤਾਂ ਘੱਟੋ ਘੱਟ ਉਸ ਦੀਆਂ ਬਿਰਤੀਆਂ ਉਸ ਵਰਗ ਨਾਲ ਜੁੜੀਆਂ ਹੋਈਆਂ ਹੋਣੀਆਂ ਚਾਹੀਦੀਆਂ ਹਨ। ਕਿਤੇ ਕਿਤੇ ਨਾਇਕ ਅਤੇ ਨਾਇਕਾ ਹੁੰਦੇ ਤਾਂ ਦੋਵੇਂ ਹੀ ਇੱਕੋ ਕਿਸਮ ਦੀ ਸ਼੍ਰੇਣੀ ਜਾਂ ਵਰਗ ਵਿੱਚੋਂ ਹਨ, ਪਰ ਪਰਿਸਥਿਤੀਆਂ ਦੇ ਵੱਸ ਹੋ ਕੇ ਉਹਨਾਂ ਵਿੱਚੋਂ ਕੋਈ ਇੱਕ ਨੀਵੀਂ ਸ਼੍ਰੇਣੀ ਨਾਲ ਸੰਬੰਧ ਰੱਖਦਾ ਪ੍ਰਤੀਤ ਹੁੰਦਾ ਹੈ। ਨਾਇਕ ਅਤੇ ਨਾਇਕਾ ਦੋਵੇਂ ਸੁੰਦਰ ਹੁੰਦੇ ਹਨ, ਪਰ ਕਿੱਸਾਕਾਰਾਂ ਨੇ ਆਮ ਤੌਰ 'ਤੇ ਨਾਇਕਾਵਾਂ ਦੀ ਸੁੰਦਰਤਾ ਅਤੇ ਨਕ-ਸ਼ਿਕ ਦੇ ਵਰਣਨ ਵਿੱਚ ਜ਼ਿਆਦਾ ਰੁਚੀ ਵਿਖਾਈ ਹੈ। ਵਾਰਿਸ ਸ਼ਾਹ ਦੀ ਹੀਰ ਦੀ ਸੁੰਦਰਤਾ ਦਾ ਵਰਣਨ ਵੇਖੋ। ਹੋਠ ਸੁਰਖ ਯਾਕੂਤ ਜਿਉਂ ਲਾਲ ਚਮਕਣ, ਠੋਡੀ ਸਿਉਂ ਵੈਲਾਤੀ ਸਾਰ ਵਿੱਚੋਂ, ਦੰਦ ਚੰਬੇ ਦੀ ਲੜੀ ਕੀ ਹੰਸ ਮੋਤੀ, ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ, ਗਰਦਨ ਕੂੰਜ ਉਂਗਲੀਆਂ ਰੂਹਾਂ ਫਲੀਆਂ, ਹੱਥ ਕੁੱਲੜੇ ਬਰਗ ਚਿਨਾਰ ਵਿੱਚੋਂ, ਧੁਨੀ ਬਹਿਸ਼ਤ ਦੇ ਹੋਸ਼ ਦਾ ਮੁਸ਼ਕ ਕੁੱਪਾ, ਪੇਂਡੂ ਮਖਮਲੀ ਖਾਸ ਸਰਕਾਰ ਵਿੱਚੋਂ, ਸੁਰਖੀ ਹੋਠਾਂ ਦੀ ਲੋੜ ਦੰਦਾਸੜੇ ਦਾ, ਖੋਜੇ ਖੱਤਰੀ ਕਤਲ ਬਾਜ਼ਾਰ ਵਿੱਚੋਂ, ਸ਼ਾਹ ਪਰੀ ਦੀ ਭੈਣ ਪੰਜ ਫੂਲ ਰਾਣੀ, ਗੁੱਜੀ ਰਹੇ ਨਾ ਹੀਰ ਹਜ਼ਾਰ ਵਿੱਚੋਂ। ਕਿੱਸਿਆਂ ਵਿੱਚ ਨਾਇਕ ਨਾਇਕਾਵਾਂ ਦਾ ਆਪਸੀ ਪ੍ਰੇਮ ਇਤਨਾ ਪ੍ਰਬਲ ਹੁੰਦਾ ਹੈ ਕਿ ਉਹ ਆਪਣੇ ਸਾਥੀ ਤੋਂ ਬਿਨਾਂ ਕਿਸੇ ਹੋਰ ਵਿਅਕਤੀ ਦੀ ਕਲਪਨਾ ਕਰਨਾ ਵੀ ਪਾਪ ਸਮਝਦੇ ਹਨ। ਨਾਇਕਾਵਾਂ ਨਾਇਕਾਂ ਨਾਲੋਂ ਕੁਝ ਅਧਿਕ ਉਦਮੀ ਹਨ। ਉਹ ਆਪਣੇ ਪ੍ਰੇਮ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲੇ ਦੀ ਪਰਵਾਹ ਨਹੀਂ ਕਰਦੀਆਂ, ਸਗੋਂ ਡਟ ਕੇ ਵਿਰੋਧ ਕਰਦੀਆਂ ਹਨ। ਉਹ ਪ੍ਰੇਮ ਦੇ ਖੇਤਰ ਵਿੱਚ ਪਹਿਲ ਵੀ ਕਰਦੀਆਂ ਹਨ ਅਤੇ ਮੌਕਾ ਆਉਣ 'ਤੇ ਸਮਾਜਿਕ ਮੁਖੀਆਂ ਨਾਲ ਜੂਝਦੀਆਂ ਵੀ ਹਨ। ਸਵੱਛਤਾ ਇਹਨਾਂ ਦੇ ਪ੍ਰੇਮ ਦਾ ਮੁੱਖ ਗੁਣ ਹੈ। ਕਿੱਸਾ ਦਾ ਤੀਸਰਾ ਪੁਆਇੰਟ ਹੈ ਵਸਤੂ ਵਰਣਨ। ਬਿਰਤਾਂਤਿਕ ਕਾਵਿ ਹੋਣ ਕਰਕੇ ਕਿੱਸਿਆਂ ਵਿੱਚ ਅਨੇਕ ਪ੍ਰਾਕਿਰਤਿਕ ਵਸਤੂਆਂ, ਰਸਮਾਂ, ਸਥਿਤੀਆਂ ਆਦਿ ਦਾ ਵਿਸਤਾਰ ਸਹਿਤ ਚਿਤਰਣ ਹੁੰਦਾ ਹੈ, ਜਿਵੇਂ ਕਿ ਬਾਗ, ਪਹਾੜ, ਦਰਿਆ, ਨਗਰ, ਵਿਆਹ ਸ਼ਾਦੀਆਂ, ਜੰਗਾਂ ਯੁੱਧਾਂ ਆਦਿ ਦਾ ਵਰਣਨ। ਅਜਿਹੇ ਚਿਤਰਣ ਨਾਲ ਕਥਾ ਵਿੱਚ ਵਿਕਾਸ ਹੁੰਦਾ ਹੈ, ਵਸਤੂ ਜਾਂ ਰਸਮ ਦਾ ਸਹੀ ਗਿਆਨ ਪ੍ਰਾਪਤ ਹੁੰਦਾ ਹੈ। ਵਸਤੂ ਵਰਣਨ ਨਾਲ ਉਸ ਵੇਲੇ ਦੇ ਸਮਾਜ ਦਾ ਯਥਾਰਥ ਚਿਤਰਣ ਹੁੰਦਾ ਹੈ, ਇਤਿਹਾਸਕ ਬਿੰਬ ਉਘੜਦਾ ਹੈ, ਕਥਾਨਕ ਵਿੱਚ ਸੰਜੀਵਤਾ ਆਉਂਦੀ ਹੈ। ਦਮੋਦਰ ਦੀ ਹੀਰ ਵਿੱਚ ਜੋ ਵਸਤੂ ਵਰਣਨ ਹੋਇਆ ਹੈ, ਉਸ ਨਾਲ ਉਸ ਯੁੱਗ ਦੀ ਸੱਭਿਆਚਾਰਕ ਸਥਿਤੀ ਅਤੇ ਭੂਗੋਲਿਕ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਹੀ ਸਥਿਤੀ ਵਾਰਿਸ ਜਾਂ ਹੋਰ ਕਿੱਸਾਕਾਰ ਦੀ ਹੈ, ਪਰ ਇੱਥੇ ਧਿਆਨ ਦੇਣ ਦੀ ਗੱਲ ਇਹ ਹੈ ਕਿ ਵਰਣਨ ਉਤਨਾ ਹੀ ਲੰਮਾ ਹੋਣਾ ਚਾਹੀਦਾ ਹੈ, ਜਿਸ ਨਾਲ ਕਥਾਨਕ ਦੀ ਸੁਭਾਵਿਕਤਾ ਖਤਮ ਨਾ ਹੋਵੇ ਅਤੇ ਪਾਠਕ ਜਾਂ ਸਰੋਤਾ ਅਕੇਵਾਂ ਨਾ ਸਮਝੇ। ਕਿੱਸਾ ਦਾ ਚੌਥਾ ਪੁਆਇੰਟ ਹੈ ਸੰਵਾਦ।
ਕਿੱਸਿਆਂ ਵਿੱਚ ਪਾਤਰਾਂ ਦੇ ਆਪਸੀ ਸੰਵਾਦ ਵੀ ਲਿਖੇ ਹੁੰਦੇ ਹਨ। ਇਹਨਾਂ ਨਾਲ ਕਥਾਨਕ ਵਿੱਚ ਨਾਟਕਤਾ ਆਉਂਦੀ ਹੈ। ਕਥਾਨਕ ਅੱਗੇ ਤੁਰਦਾ ਹੈ ਅਤੇ ਪਾਤਰਾਂ ਦੀਆਂ ਮਨੋਭਾਵਨਾਵਾਂ ਦੀ ਸੋਝੀ ਹੁੰਦੀ ਹੈ। ਇਹਨਾਂ ਸੰਵਾਦਾਂ ਤੋਂ ਬਿਨਾਂ ਪਹਿਲਾਂ ਕਿੱਸਾਕਾਰ ਕਲਾਮ ਹੀਰ, ਕਲਾਮ ਰਾਂਝਾ ਆਦਿ ਸ਼ਬਦ ਲਿਖ ਕੇ ਸੰਵਾਦਕਰਤਾ ਦੀ ਜਾਣਕਾਰੀ ਦਿੰਦੇ ਹਨ। ਕਿਤੇ ਕਿਤੇ ਸੰਵਾਦ ਬਹੁਤ ਲੰਮੇ ਵੀ ਵੇਖੇ ਗਏ ਹਨ, ਪਰ ਉੱਥੇ ਕਥਾ ਰਸ ਨੂੰ ਨੁਕਸਾਨ ਪਹੁੰਚਿਆ ਹੈ। ਨਿੱਕੇ ਅਤੇ ਭਾਵਪੂਰਨ ਸੰਵਾਦ ਹੀ ਜ਼ਿਆਦਾ ਕਲਾਤਮਕ ਹੁੰਦੇ ਹਨ। ਕਿੱਸਾ ਕਾਵਿ ਦਾ 5ਵਾਂ ਪੁਆਇੰਟ ਹੈ ਰਸ। ਕਿੱਸਿਆਂ ਵਿੱਚ ਉਂਝ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਸਾਰੇ ਰਸਾਂ ਦੀ ਹੋਂਦ ਦਿਸ ਪੈਂਦੀ ਹੈ, ਪਰ ਪ੍ਰਧਾਨਤਾ ਸ਼ਿੰਗਾਰ, ਕਰੂਣ ਅਤੇ ਵੀਰ ਰਸਾਂ ਦੀ ਹੈ। ਰੋਮਾਂਸ ਪ੍ਰਧਾਨ ਕਿੱਸਿਆਂ ਵਿੱਚ ਅਦਭੁਤ ਰਸ ਦੀ ਵੀ ਹੋਂਦ ਰਹਿੰਦੀ ਹੈ। ਪ੍ਰੇਮ ਪ੍ਰਧਾਨ ਕਿੱਸਿਆਂ ਵਿੱਚ ਅਧਿਕਤਰ ਸਰੀਰਕ ਪ੍ਰੇਮ ਦੀ ਗੱਲ ਕਹੀ ਹੁੰਦੀ ਹੈ ਅਤੇ ਉਸ ਨੂੰ ਅੰਤਿਮ ਰੂਪ ਦੇਣ ਵਾਲੇ ਆਦਰਸ਼ਵਾਦ ਵੱਲ ਮੋੜ ਦਿੱਤਾ ਜਾਂਦਾ ਹੈ। ਪ੍ਰੇਮ ਵਿੱਚ ਹੁਸਨ ਦੇ ਮਹੱਤਵ ਨੂੰ ਪ੍ਰਵਾਨ ਕੀਤਾ ਗਿਆ ਹੈ। ਹੁਸਨ ਅਸਲ ਵਿੱਚ ਪ੍ਰੇਮ ਦੀ ਆਧਾਰ ਭੂਮੀ ਹੈ। ਇਹ ਦੋ ਵਿਅਕਤੀਆਂ ਨੂੰ ਇੱਕ ਦੂਜੇ ਵੱਲ ਪ੍ਰੇਰਦਾ ਹੈ। ਹਾਸ਼ਮ ਕਵੀ ਨੇ ਲਿਖਿਆ ਹੈ ਕਿ ਦਿਲਬਰ ਦਾਮ ਵਿਸ਼ਾ ਜ਼ੁਲਫ ਦੀ, ਵਿੱਚ ਚੋਗ ਹੁਸਨ ਦੀ ਪਾਈ, ਦੇਖ ਖੁਰਾਕ ਜਾਨਵਰ ਦਿਲ ਦਾ, ਉਹ ਜਾ ਪਿਆ ਵਿੱਚ ਫਾਹੀ। ਪ੍ਰਭਾਵ ਦੀ ਦ੍ਰਿਸ਼ਟੀ ਤੋਂ ਕਿੱਸੇ ਆਮ ਤੌਰ ਤੇ ਦੁਖਾਂਤ ਹੁੰਦੇ ਹਨ ਅਤੇ ਵਿਯੋਗ ਸ਼ਿੰਗਾਰ ਦੀਆਂ ਸੀਮਾਵਾਂ ਦਾ ਵਿਸਤਾਰ ਕਰੂਣ ਰਸ ਤੱਕ ਹੋ ਜਾਂਦਾ ਹੈ। ਕਿੱਸਾ ਕਾਵਿ ਦਾ 6ਵਾਂ ਪੁਆਇੰਟ ਹੈ ਛੰਦ। ਕਿੱਸਿਆਂ ਵਿੱਚ ਛੰਦਾਂ ਦੀ ਵੰਨਗੀ ਦੀ ਘਾਟ ਹੈ। ਲਗਭਗ ਸਾਰੇ ਕਿੱਸਾਕਾਰਾਂ ਨੇ ਆਪਣੀ ਰਚਨਾ ਨੂੰ ਇੱਕੋ ਹੀ ਛੰਦ ਵਿੱਚ ਨਿਭਾ ਦਿੱਤਾ ਹੈ। ਦਵੱਯਾ, ਬੈਂਤ, ਸੱਦ, ਕਲੀ ਆਦਿ ਛੰਦ ਕਿੱਸਾ ਕਾਵਿ ਵਿੱਚ ਅਧਿਕ ਵਰਤੇ ਜਾਂਦੇ ਹਨ, ਪਰ ਇਹਨਾਂ ਵਿੱਚੋਂ ਬੈਂਤ ਦੀ ਪ੍ਰਧਾਨਤਾ ਹੈ ਕਿਉਂਕਿ ਇਸ ਛੰਦ ਵਿਚਲੀ ਸੰਗੀਤਾਤਮਕਤਾ ਅਤੇ ਲੰਮੀ ਸੁਰ ਕਿੱਸੇ ਦੇ ਬਿਰਤਾਂਤ ਨੂੰ ਬਹੁਤ ਅਨੁਕੂਲ ਬੈਠਦੀ ਹੈ। ਉਂਝ ਸਧਾਰਨ ਪੱਧਰ ਤੇ ਕਵੀਆਂ ਨੇ ਬੈਂਤ ਦੀ ਵਰਤੋਂ ਕੇਵਲ ਤੁਕਬੰਦੀ ਲਈ ਹੀ ਕੀਤੀ ਹੈ। ਮਹਾਰਾਜਾ ਰਣਜੀਤ ਸਿੰਘ ਕਾਲ ਤੋਂ ਬਾਅਦ ਕਿੱਸਾਕਾਰਾਂ ਨੇ ਕੋਰੜਾ, ਸਵੱਯਾ, ਚੌਪਈ, ਕਬਿੱਤ, ਕਾਫੀ, ਬਿਨ ਸੰਪਦੇ, ਕੁੰਡਲੀਆਂ, ਡਿਉੜ ਆਦਿ ਛੰਦਾਂ ਨੂੰ ਵੀ ਵਰਤਿਆ ਹੈ, ਪਰ ਕਿੱਸਾ ਕਾਵਿ ਲਈ ਜਿਤਨੀ ਪ੍ਰਮਾਣਿਕਤਾ ਬੈਂਤ ਨੂੰ ਮਿਲੀ ਹੈ ਉਤਨੀ ਹੋਰ ਕਿਸੇ ਛੰਦ ਨੂੰ ਨਹੀਂ ਮਿਲੀ। ਕਿੱਸਾਕਾਰਾਂ ਨੇ ਹਰ ਛੰਦ ਦੇ ਅੰਤ ਉੱਤੇ ਆਪਣੀ ਕਵੀ ਛਾਪ ਜਾਂ ਉਪਨਾਮ ਵਰਤਿਆ ਹੈ। ਕਿੱਸਾ ਕਾਵਿ ਦਾ 7ਵਾਂ ਪੁਆਇੰਟ ਹੈ ਭਾਸ਼ਾ ਸ਼ੈਲੀ। ਕਿੱਸਾਕਾਰ ਚੂੰਕਿ ਲੋਕ ਕਵੀ ਹੁੰਦੇ ਹਨ, ਇਸ ਲਈ ਉਹਨਾਂ ਦੀ ਭਾਸ਼ਾ ਦਾ ਲੋਕ ਪੱਧਰ ਦਾ ਹੋਣਾ ਸੁਭਾਵਿਕ ਹੈ। ਇਹਨਾਂ ਵਿੱਚ ਵਰਤੀ ਆਮ ਭਾਸ਼ਾ ਦਾ ਰੂਪ ਕੇਂਦਰੀ ਪੰਜਾਬੀ ਵਾਲਾ ਹੈ, ਪਰ ਕਿਸੇ ਕਿਸੇ ਰਚਨਾ ਵਿੱਚ ਲਹਿੰਦੀ ਉਪਭਾਸ਼ਾ ਦੀ ਵਰਤੋਂ ਵੀ ਹੋਈ ਹੈ। ਜਿਵੇਂ ਦਮੋਦਰ ਦੀ ਹੀਰ ਵਿੱਚ ਉਂਝ ਲਹਿੰਦੀ ਦੀ ਸ਼ਬਦਾਵਲੀ ਅਤੇ ਵਿਆਕਰਨ ਦਾ ਪ੍ਰਭਾਵ ਤਾਂ ਅਕਸਰ ਹਰ ਕਿੱਸੇ ਵਿੱਚ ਵੇਖਿਆ ਜਾ ਸਕਦਾ ਹੈ। ਫਾਰਸੀ ਅਤੇ ਅਰਬੀ ਭਾਸ਼ਾਵਾਂ ਦੀ ਸ਼ਬਦਾਵਲੀ ਦੀ ਕਿੱਸਿਆਂ ਵਿੱਚ ਭਰਮਾਰ ਹੈ, ਖਾਸ ਕਰਕੇ ਉਹਨਾਂ ਕਿੱਸਿਆਂ ਵਿੱਚ ਜੋ ਮੁਸਲਮਾਨ ਕਵੀਆਂ ਦੁਆਰਾ ਲਿਖੇ ਹਨ। ਅਸਲ ਵਿੱਚ ਜਦੋਂ ਪੰਜਾਬੀ ਵਿੱਚ ਕਿੱਸੇ ਲਿਖੇ ਜਾਣੇ ਸ਼ੁਰੂ ਹੋਏ, ਉਦੋਂ ਦੇਸ਼ ਵਿੱਚ ਮੁਗਲ ਸਰਕਾਰ ਕਾਇਮ ਸੀ ਅਤੇ ਰਾਜ ਭਾਸ਼ਾ ਫਾਰਸੀ ਹੀ ਸੀ। ਅਧਿਕਤਰ ਕਥਾਨਕ ਸਾਮੀ ਦੇਸ਼ਾਂ ਦੀਆਂ ਪ੍ਰੀਤ ਕਥਾਵਾਂ ਤੇ ਆਧਾਰਿਤ ਸਨ ਅਤੇ ਉੱਥੋਂ ਦੇ ਸੱਭਿਆਚਾਰ ਨੂੰ ਹੀ ਵਧੇਰੇ ਚਿਤਰਿਆ ਗਿਆ ਸੀ। ਅਰਬੀ ਫਾਰਸੀ ਦੇ ਸ਼ਬਦ ਤਦਭਵ ਅਤੇ ਤਤਸਮ ਦੋਹਾਂ ਰੂਪਾਂ ਵਿੱਚ ਮਿਲ ਜਾਂਦੇ ਹਨ। ਹਿੰਦੂ ਸਿੱਖ ਕਿੱਸਾਕਾਰਾਂ ਦੀਆਂ ਰਚਨਾਵਾਂ ਵਿੱਚ ਭਾਰਤੀ ਵਿਰਸੇ ਦੀ ਸ਼ਬਦਾਵਲੀ ਅਧਿਕ ਹੈ। ਮਾਲਵੇ ਦੇ ਕਵੀਸ਼ਰਾਂ ਦੇ ਲਿਖੇ ਕਿੱਸਿਆਂ ਜਾਂ ਚਿੱਠੀਆਂ ਵਿੱਚ ਮਲਵਈ ਉਪਭਾਸ਼ਾ ਦੀ ਅਧਿਕ ਵਰਤੋਂ ਹੋਈ ਹੈ ਅਤੇ ਉਹਨਾਂ ਦਾ ਵਾਤਾਵਰਨ ਵੀ ਭਾਰਤੀ ਸੱਭਿਆਚਾਰ ਦੇ ਅਨੁਸਾਰੀ ਹੀ ਹੈ। ਸ਼ੈਲੀ ਦੀ ਦ੍ਰਿਸ਼ਟੀ ਤੋਂ ਕਿੱਸਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਉਹ ਕਿੱਸੇ ਹਨ ਜਿਨ੍ਹਾਂ ਵਿੱਚ ਕਥਾ ਨੂੰ ਬਹੁਤ ਵਿਸਤਾਰ ਨਾਲ ਕਿਹਾ ਗਿਆ ਹੈ ਅਤੇ ਵਿਸਥਾਰ ਦਾ ਮੂਲ ਕਾਰਨ ਵਸਤੂ ਵਰਣਨ ਹੈ। ਹੀਰ ਵਾਰਿਸ ਵਿਸਤਾਰ ਵਾਲਾ ਕਿੱਸਾ ਹੈ। ਦੂਜੀ ਸ਼ੈਲੀ ਹੈ ਸੰਖੇਪ ਵਰਣਨ। ਕਵੀ ਸਾਗਰ ਨੂੰ ਗਾਗਰ ਵਿੱਚ ਭਰਨ ਦਾ ਯਤਨ ਕਰਦਾ ਹੈ।
ਹਾਸ਼ਮ ਦੀ ਕਿੱਸਾ ਸ਼ੈਲੀ ਸੰਖੇਪਤਾ ਵਾਲੀ ਹੈ। ਜਿਨ੍ਹਾਂ ਕਿੱਸਾਕਾਰਾਂ ਨੇ ਪ੍ਰੇਮ ਦੇ ਨਿੱਜੀ ਅਨੁਭਵ ਦੇ ਆਧਾਰ 'ਤੇ ਕਿੱਸਾ ਰਚਨਾ ਕੀਤੀ ਹੈ, ਉਹਨਾਂ ਦੀ ਸ਼ੈਲੀ ਪ੍ਰਵਾਹਮਾਨ ਅਤੇ ਸੁਭਾਵਿਕ ਹੈ। ਹਰ ਗੱਲ ਮਨ ਉੱਤੇ ਅਸਰ ਕਰਦੀ ਹੈ। ਜਿਨ੍ਹਾਂ ਦਾ ਨਿੱਜੀ ਅਨੁਭਵ ਨਹੀਂ, ਉਹਨਾਂ ਦਾ ਸਾਰਾ ਕਥਨ ਬਨਾਵਟੀ ਹੈ, ਨਿਰਜਿੰਦ ਹੈ। ਜਦੋਂ ਕਿੱਸਾਕਾਰਾਂ ਦੇ ਬੋਲ ਅਨੁਭਵ ਦੀ ਕੁੱਖ ਵਿੱਚੋਂ ਜਨਮ ਲੈਂਦੇ ਹਨ ਤਾਂ ਉਹਨਾਂ ਦੇ ਲਿਖੇ ਬਹੁਤ ਸਾਰੇ ਵਾਕ ਸਤ ਕਥਨਾਂ ਦਾ ਰੂਪ ਧਾਰਨ ਕਰ ਲੈਂਦੇ ਹਨ। ਅਜਿਹੇ ਕਥਨ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ ਅਤੇ ਕਵੀਆਂ ਦੀ ਨਿੱਜੀ ਪਛਾਣ ਕਰਵਾਉਂਦੇ ਹਨ। ਸਿਰਜਣ ਵਿਧੀ। ਕਿੱਸੇ ਦੀ ਰਚਨਾ ਦੀ ਪ੍ਰੇਰਨਾ ਆਮ ਤੌਰ 'ਤੇ ਉਸ ਵੇਲੇ ਹੁੰਦੀ ਹੈ ਜਦੋਂ ਜੀਵਨ ਵਿੱਚ ਭਵਿੱਖਤ ਬਾਰੇ ਚਿੰਤਾ ਘੱਟ ਅਤੇ ਵਰਤਮਾਨ ਦੇ ਭੋਗ ਵੱਲ ਜ਼ਿਆਦਾ ਹੋਵੇ। ਵਾਰਿਸ ਸ਼ਾਹ ਮੀਆਂ ਗੰਨਾ ਜੱਗ ਸਾਰਾ, ਮਜ਼ਾ ਚੱਖ ਲੈ ਪੋਰੀਆਂ ਪੋਰੀਆਂ ਦਾ। ਇਸ ਤੋਂ ਇਲਾਵਾ ਬਹੁਤ ਸਾਰੇ ਕਿੱਸਾਕਾਰ ਖੁਦ ਪ੍ਰੇਮ ਦਾ ਨਾਟਕ ਖੇਡ ਚੁੱਕੇ ਹਨ ਅਤੇ ਆਪਣੀਆਂ ਕੁੰਠਿਤ ਭਾਵਨਾਵਾਂ ਨੂੰ ਰੂਪਮਾਨ ਕਰਨ ਲਈ ਕਿਸੇ ਵਾਪਰੀ ਜਾਂ ਕਲਪੀ ਹੋਈ ਕਥਾ ਦਾ ਸਹਾਰਾ ਲੈ ਕੇ ਕਿੱਸਾ ਲਿਖਦੇ ਹਨ। ਕਿੱਸਾਕਾਰ ਗੁਲਾਮ ਰਸੂਲ ਨੇ ਕਿਹਾ ਹੈ ਕਿ ਲਿਖਾ ਮੈਂ ਦਰਦ ਆਪਣੇ ਦਾ ਫਸਾਨਾ, ਸੱਸੀ ਪੁੰਨੂ ਦਾ ਕਰ ਬਹਾਨਾ। ਅੱਜ ਕੱਲ੍ਹ ਉਪਰੋਕਤ ਰਚਨਾ ਪ੍ਰੇਰਨਾ ਕਿੱਸਿਆਂ ਦੀ ਥਾਂ 'ਤੇ ਹੋਰ ਸਾਹਿਤ ਰੂਪਾਂ ਦੀ ਸਿਰਜਣਾ ਵੱਲ ਕੇਂਦਰਿਤ ਹੋ ਗਈ ਹੈ। ਕਿੱਸੇ ਅਸਲ ਵਿੱਚ ਬੀਤੇ ਯੁੱਗ ਦੀ ਸਾਹਿਤਕ ਅਭਿਵਿਅਕਤੀ ਦੇ ਸਾਧਨ ਹਨ। ਹੁਣ ਇਸ ਦੀ ਸਿਰਜਣਾ ਲਗਭਗ ਖਤਮ ਹੋ ਚੁੱਕੀ ਹੈ ਅਤੇ ਨਾ ਹੀ ਇਸ ਦਾ ਕੋਈ ਉਜਲਾ ਭਵਿੱਖ ਹੈ। ਫਿਰ ਵੀ ਕਿੱਸਾ ਲਿਖਣ ਦੀ ਵਿਧੀ ਬਾਰੇ ਕੁਝ ਸਪਸ਼ਟ ਕਰ ਦੇਣਾ ਉਚਿਤ ਹੋਵੇਗਾ। ਇਸ ਵਿੱਚ ਕਿਸੇ ਪ੍ਰੇਮ ਜਾਂ ਰੋਮਾਂਸ ਦੀ ਕਥਾ ਨੂੰ ਕਥਾਤਮਕ ਢੰਗ ਨਾਲ ਵਰਣਨ ਕਰਨਾ ਹੁੰਦਾ ਹੈ। ਇਸ ਦਾ ਆਰੰਭ ਮੰਗਲਾਚਰਨ ਯਾਨੀ ਹਮਦ ਨਾਲ ਕੀਤਾ ਜਾਂਦਾ ਹੈ। ਕਥਾਨਕ ਦਾ ਆਰੰਭ ਨਾਇਕ ਜਾਂ ਨਾਇਕਾਵਾਂ ਦੇ ਪਰਿਵਾਰ ਅਤੇ ਜਨਮ ਦੀਆਂ ਘਟਨਾਵਾਂ ਨਾਲ ਸ਼ੁਰੂ ਕਰਕੇ ਫਿਰ ਦੂਜੀ ਧਿਰ ਦੇ ਪਰਿਵਾਰ ਅਤੇ ਜਨਮ ਦੀਆਂ ਘਟਨਾਵਾਂ ਨੂੰ ਲਿਆ ਕੇ ਦੋਹਾਂ ਨੂੰ ਨੌਜਵਾਨੀ ਵੇਲੇ ਕਿਸੇ ਨਾ ਕਿਸੇ ਢੰਗ ਨਾਲ ਅਚਾਨਕ ਮਿਲਾਇਆ ਜਾਂਦਾ ਹੈ। ਬਸ ਇੱਥੋਂ ਹੀ ਪ੍ਰੇਮ ਦਾ ਆਖਿਆਨ ਆਰੰਭ ਹੋ ਜਾਂਦਾ ਹੈ। ਦੋਹਾਂ ਦਾ ਆਪਸ ਵਿੱਚ ਮਿਲਣਾ, ਇੱਕ ਦੂਜੇ ਉੱਤੇ ਨਿਛਾਵਰ ਹੋਣਾ, ਸਮਾਜ ਨੂੰ ਇਹ ਖੁੱਲ੍ਹ ਪ੍ਰਵਾਨ ਨਾ ਹੋਣਾ, ਦੋਹਾਂ ਨੂੰ ਮਿਲਣੋਂ ਰੋਕਣਾ, ਨਾ ਰੋਕਣ 'ਤੇ ਦੋਹਾਂ ਦਾ ਦੁਖਦਾਈ ਅੰਤ ਆਦਿ ਘਟਨਾਵਾਂ ਇੱਕ ਸੂਤਰ ਵਿੱਚ ਪਰੋਈਆਂ ਜਾਂਦੀਆਂ ਹਨ। ਕਥਾਨਕ ਲਗਾਤਾਰ ਚੱਲਦਾ ਹੈ। ਇਸ ਵਿੱਚ ਨਾ ਕੋਈ ਸਰਗ ਹੁੰਦੇ ਹਨ, ਨਾ ਖੰਡ, ਬਸ ਸਾਰਾ ਕਥਾਨਕ ਇੱਕ ਇਕਾਈ ਵਾਂਗ ਵਰਣਿਤ ਹੁੰਦਾ ਹੈ। ਲੋੜ ਅਨੁਸਾਰ ਕੋਈ ਕਵੀ ਨਿੱਕੇ ਨਿੱਕੇ ਉੱਪਰ ਸਿਰਲੇਖ ਦੇ ਕੇ ਕਥਾ ਪ੍ਰਸੰਗਾਂ ਨੂੰ ਸਪਸ਼ਟ ਕਰਦਾ ਜਾਂਦਾ ਹੈ। ਜਿਵੇਂ ਕਵੀ ਨੇ ਆਪਣੇ ਵੱਲੋਂ ਕੁਝ ਕਹਿਣਾ ਹੁੰਦਾ ਹੈ, ਉੱਥੇ ਕਲਾਮ ਸ਼ਾਇਰ ਜਾਂ ਇਸ ਪ੍ਰਕਾਰ ਦੀ ਕੋਈ ਹੋਰ ਵਿਅਕਤੀ ਸੂਚਕ ਉਕਤੀ ਵਰਤੀ ਜਾਂਦੀ ਹੈ। ਇਸ ਤਰ੍ਹਾਂ ਕਿੱਸਾ ਕਿਸੇ ਖਾਸ ਰਚਨਾ, ਮਰਿਆਦਾ ਜਾਂ ਯੋਜਨਾ ਨੂੰ ਅਪਣਾ ਕੇ ਨਹੀਂ ਚੱਲਦਾ। ਆਮ ਤੌਰ 'ਤੇ ਕਿੱਸਾਕਾਰ ਇੱਕੋ ਛੰਦ ਵਿੱਚ ਹੀ ਆਪਣੀ ਰਚਨਾ ਨਿਬੇੜ ਦਿੰਦਾ ਹੈ। ਉਸ ਨੂੰ ਬਾਰ-ਬਾਰ ਛੰਦ ਬਦਲਣ ਦੀ ਲੋੜ ਨਹੀਂ ਪੈਂਦੀ। ਵਿਵਰਣਾਤਮਕ ਰਚਨਾ ਹੋਣ ਕਾਰਨ ਲੰਮੇ ਛੰਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਬੈਂਤ ਅਤੇ ਦੋਵਈਆ ਇਸੇ ਦੇ ਕਥਾਨਕ ਦੇ ਅਨੁਕੂਲ ਛੰਦ ਹਨ। ਕਈ ਥਾਵਾਂ 'ਤੇ ਛੰਦਬੰਦੀ ਨਿਰੀ ਤੁਕਬੰਦੀ ਹੁੰਦੀ ਹੈ। ਇਸ ਦਾ ਕਾਰਨ ਅਭਿਆਸ ਦੀ ਘਾਟ ਹੈ। ਕਿੱਸਾ ਕਾਵਿ ਦਾ ਵਰਗੀਕਰਨ। ਕਿੱਸਿਆਂ ਦਾ ਵਰਗੀਕਰਨ ਆਮ ਤੌਰ 'ਤੇ ਦੋ ਢੰਗਾਂ ਨਾਲ ਕੀਤਾ ਜਾਂਦਾ ਹੈ। ਇੱਕ ਵਰਗੀਕਰਨ ਦਾ ਆਧਾਰ ਉਸ ਵਿੱਚ ਵਰਣਿਤ ਵਿਸ਼ਾ ਹੈ। ਇਸ ਪੱਖ ਤੋਂ ਕਿੱਸਿਆਂ ਦੇ ਹੇਠ ਲਿਖੇ ਵਰਗ ਬਣਦੇ ਹਨ। ਪ੍ਰੇਮ ਪ੍ਰਧਾਨ ਕਿੱਸੇ ਉਹ ਹਨ ਜਿਨ੍ਹਾਂ ਵਿੱਚ ਕੇਵਲ ਪ੍ਰੇਮ ਦੀ ਕਿਸੇ ਕਥਾ ਨੂੰ ਚਿਤਰਿਆ ਗਿਆ ਹੋਵੇ, ਜਿਵੇਂ ਹੀਰ ਰਾਂਝਾ, ਸੱਸੀ ਪੁੰਨੂ ਆਦਿ ਦੇ ਕਿੱਸੇ ਇਸੇ ਵਰਗ ਵਿੱਚ ਰੱਖੇ ਜਾਣਗੇ। ਰੋਮਾਂਸ ਪ੍ਰਧਾਨ ਕਿੱਸੇ ਉਹ ਹਨ ਜਿਨ੍ਹਾਂ ਵਿੱਚ ਪ੍ਰੇਮ ਦੀ ਕਥਾ ਦੇ ਨਾਲ ਨਾਲ ਅਨੋਖੀਆਂ ਘਟਨਾਵਾਂ, ਕਰਾਮਾਤਾਂ ਵੀ ਸ਼ਾਮਿਲ ਕਰ ਲਈਆਂ ਜਾਂਦੀਆਂ ਹਨ। ਪ੍ਰੇਮ ਦੇ ਸੁਭਾਵਿਕ ਵਿਕਾਸ ਤੋਂ ਹਟ ਕੇ ਬਹੁਤੀਆਂ ਗੱਲਾਂ ਉਲਾਰ ਵਿੱਚ ਕੀਤੀਆਂ ਜਾਂਦੀਆਂ ਹਨ ਅਤੇ ਗੈਰ ਮਨੁੱਖੀ ਪਾਤਰਾਂ ਨੂੰ ਵੀ ਸ਼ਾਮਿਲ ਕਰ ਲਿਆ ਜਾਂਦਾ ਹੈ। ਮੀਆਂ ਮੁਹੰਮਦ ਬਖਸ਼ ਦਾ ਲਿਖਿਆ ਕਿੱਸਾ ਸੈਫੁਲ ਮਲੂਕ ਇਸੇ ਵਰਗ ਦੀ ਰਚਨਾ ਹੈ। ਫੁਟਕਲ ਕਿੱਸੇ ਉਪਰੋਕਤ ਦੋਹਾਂ ਵਰਗਾਂ ਵਿੱਚੋਂ ਬਚ ਰਹੇ ਕਿੱਸੇ ਇਸ ਵਰਗ ਵਿੱਚ ਰੱਖੇ ਜਾ ਸਕਦੇ ਹਨ। ਅਜਿਹੇ ਕਿੱਸੇ ਅਧਿਕਤਰ ਮਾਲਵੇ ਦੇ ਕਵੀਸ਼ਰਾਂ ਦੇ ਲਿਖੇ ਹਨ, ਜਿਨ੍ਹਾਂ ਵਿੱਚ ਪ੍ਰੇਮ ਜਾਂ ਰੋਮਾਂਸ ਦੀ ਥਾਂ ਸੁਰਮਿਆਂ ਦੀ ਬਹਾਦਰੀ, ਦੇਸ਼ ਪਿਆਰ,
ਸਮਾਜ ਸੁਧਾਰ ਆਦਿ ਵਿਸ਼ਿਆਂ ਨੂੰ ਅਧਿਕ ਉਘਾੜਿਆ ਹੁੰਦਾ ਹੈ। ਕਿੱਸਿਆਂ ਦੇ ਵਰਗੀਕਰਨ ਦਾ ਦੂਜਾ ਆਧਾਰ ਹੈ ਉਹਨਾਂ ਵਿੱਚ ਵਰਣਿਕ ਕਥਾਨਕ ਦਾ ਪਿਛੋਕੜ। ਇਸ ਪੱਖੋਂ ਕਿੱਸਿਆਂ ਦੇ 4 ਵਰਗ ਬਣਦੇ ਹਨ। ਵਿਦੇਸ਼ੀ ਕਿੱਸੇ, ਜਿਨ੍ਹਾਂ ਕਿੱਸਿਆਂ ਵਿੱਚ ਵਿਦੇਸ਼ੀ ਕਥਾਵਾਂ ਹੁੰਦੀਆਂ ਹਨ, ਜਿਵੇਂ ਸ਼ੀਰੀ ਫਰਿਆਦ, ਲੈਲਾ ਮਜਨੂ, ਯੂਸਫ ਜ਼ੁਲੈਖਾ। ਪੰਜਾਬੀ ਕਿੱਸੇ, ਅਜਿਹੇ ਕਿੱਸਿਆਂ ਦਾ ਸੰਬੰਧ ਪੰਜਾਬ ਦੀਆਂ ਲੋਕ ਪ੍ਰਸਿੱਧ ਕਥਾਵਾਂ ਨਾਲ ਹੈ, ਜਿਵੇਂ ਹੀਰ ਰਾਂਝਾ, ਮਿਰਜ਼ਾ ਸਾਹਿਬਾ, ਪੂਰਨ ਭਗਤ। ਭਾਰਤੀ ਕਿੱਸੇ, ਜਿਨ੍ਹਾਂ ਕਿੱਸਿਆਂ ਦੇ ਕਥਾ ਸਰੋਤ ਭਾਰਤੀ ਸਾਹਿਤ ਅਤੇ ਪਰੰਪਰਾਵਾਂ ਹਨ, ਜਿਵੇਂ ਰੂਪ ਬਸੰਤ, ਮਾਧਵਾਨੰਦ, ਕਾਮ ਕੰਦਲਾ, ਨਲ ਦਮਯੰਤੀ। ਅੰਤਰਰਾਸ਼ਟਰੀ ਕਿੱਸੇ, ਇਸ ਪ੍ਰਕਾਰ ਦੇ ਕਿੱਸਿਆਂ ਵਿੱਚ ਨਾਇਕ ਅਤੇ ਨਾਇਕਾਵਾਂ ਵੱਖ-ਵੱਖ ਦੇਸ਼ਾਂ ਜਾਂ ਵਾਤਾਵਰਣਾਂ ਨਾਲ ਸੰਬੰਧ ਰੱਖਦੇ ਹਨ, ਜਿਵੇਂ ਸੱਸੀ ਪੁੰਨੂ, ਸੋਹਣੀ ਮਹੀਵਾਲ। ਸੱਚਮੁੱਚ ਕਿੱਸਾ ਕਾਵਿ ਪੰਜਾਬੀ ਦੀ ਮਹੱਤਵਪੂਰਨ ਕਾਵਿ-ਧਾਰਾ ਹੈ, ਕਿਉਂਕਿ ਇਸ ਦਾ ਨਿਖੜਵਾਂ ਸਰੂਪ ਨਿਵੇਕਲੀ ਰਚਨਾ ਵਿਧੀ ਅਤੇ ਵੱਖਰਾ ਹੀ ਸੰਦੇਸ਼ ਹੈ।